ਨਾਮ ਸੰਦੀਪ ਕੌਰ ਹੈ। ਮੇਰਾ ਵਿਆਹ ਉਸ ਘਰੇ ਹੋਇਆ ਜਿੱਥੇ ਮੇਰੇ ਘਰ ਵਿੱਚ ਮੇਰਾ ਘਰ ਵਾਲਾ ਤੇ ਮੇਰਾ ਸਹੁਰਾ ਸੀ, ਬਿਨਾਂ ਹੋਰ ਕੋਈ ਵੀ ਨਹੀਂ ਸੀ। ਜਦ ਇਹ ਰਿਸ਼ਤਾ ਮੇਰੇ ਘਰ ਆਇਆ ਤਾਂ ਮੇਰੇ ਘਰਦਿਆਂ ਨੂੰ ਬਹੁਤ ਵਧੀਆ ਲੱਗਿਆ, ਕਿਉਂਕਿ ਅੱਜ ਕੱਲ੍ਹ ਕੌਣ ਨਹੀਂ ਚਾਹੁੰਦਾ ਕਿ ਸਾਡੀ ਕੁੜੀ ਨੂੰ ਘੱਟ ਪਰਿਵਾਰ ਵਾਲੇ ਮੈਂਬਰ ਮਿਲਣ। ਪਰ ਦੁੱਖ ਦੀ ਗੱਲ ਇਹ ਸੀ ਕਿ ਮੇਰਾ ਵਿਆਹ ਇੱਕ ਪਿੰਡ ਵਿੱਚ ਹੋ ਰਿਹਾ ਸੀ ਤੇ ਮੈਂ ਇੱਕ ਸ਼ਹਿਰ ਦੀ ਪੜ੍ਹੀ ਲਿਖੀ ਕੁੜੀ ਸੀ ਤੇ ਮੈਂ ਚਾਹੁੰਦੀ ਸੀ ਕਿ ਮੇਰਾ ਵਿਆਹ ਸ਼ਹਿਰ ਵਿੱਚ ਹੋਵੇ। ਮੈਂ ਕਿਸੇ ਅਮੀਰ ਘਰ ਦੇ ਮੁੰਡੇ ਨਾਲ ਰਿਸ਼ਤਾ ਕਰਨਾ ਚਾਹੁੰਦੀ ਸੀ। ਇਹ ਮੁੰਡਾ ਵੀ ਵਧੀਆ ਨੌਕਰੀ ਕਰਦਾ ਹੈ, ਪਰ ਮੈਂ ਤਾਂ ਸ਼ਹਿਰ ਦੇ ਪੜ੍ਹੇ ਲਿਖੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਪਰ ਇਹ ਲੜਕਾ ਪਿੰਡ ਦਾ ਪੜ੍ਹਿਆ ਲਿਖਿਆ ਮੁੰਡਾ ਸੀ। ਮੇਰੇ ਮਾਪਿਓ ਨੇ ਮੈਨੂੰ ਇਹ ਦੱਸਿਆ ਕਿ ਮੁੰਡਾ ਵਧੀਆ ਪੜ੍ਹਿਆ ਲਿਖਿਆ ਹੈ ਤੇ ਸ਼ਹਿਰ ਵਿੱਚ ਨੌਕਰੀ ਕਰਦਾ ਹੈ, ਪਰ ਮੈਂ ਉਸ ਮੁੰਡੇ ਨਾਲ ਵਿਆਹ ਕਰਵਾਉਣਾ ਨਹੀਂ ਪਸੰਦ ਕਰਦੀ, ਜਿਹੜਾ ਕੁਝ ਦਿਨ ਬਾਅਦ ਮੈਨੂੰ ਛੱਡ ਕੇ ਸ਼ਹਿਰ ਰਹਿਣ ਲੱਗ ਪਵੇ ਤੇ ਮੈਂ ਇਕੱਲੀ ਸਹੁਰਿਆਂ ਦੇ ਘਰ ਕੋਲ ਸਾਰੀ ਜ਼ਿੰਦਗੀ ਕੱਢੂੰ। ਮੇਰੇ ਮੰਮੀ ਡੈਡੀ ਨੇ ਮੈਨੂੰ ਦੱਸਿਆ ਕਿ ਮੁੰਡਾ ਬੇਸ਼ੱਕ ਸ਼ਹਿਰ ਵਿੱਚ ਨੌਕਰੀ ਕਰਦਾ ਹੈ, ਪਰ ਉਹ ਰਹਿੰਦਾ ਆਪਣੇ ਪਿੰਡ ਆਪਦੇ ਪਰਿਵਾਰ ਨਾਲ ਹੀ ਹੈ ਤੇ ਪੱਕੇ ਤੌਰ 'ਤੇ ਸ਼ਹਿਰ ਰਹਿ ਕੇ ਸ਼ਹਿਰ ਵਿੱਚ ਨੌਕਰੀ ਨਹੀਂ ਕਰਦਾ। ਉਹ ਸ਼ਾਮ ਨੂੰ ਆਪਣੇ ਘਰ ਹੀ ਜਾਂਦਾ। ਮੈਨੂੰ ਬਹੁਤ ਸੌਖਾ ਹੋ ਜਾਣਾ ਸੀ ਜੇ ਮੇਰਾ ਵਿਆਹ ਉਸ ਮੁੰਡੇ ਨਾਲ ਹੋ ਜਾਂਦਾ। ਮੈਂ ਜਦੋਂ ਵੀ ਆਪਣੇ ਪੇਕੇ ਆਉਣਾ ਹੁੰਦਾ, ਮੈਂ ਉਸ ਦੇ ਨਾਲ ਆਸਾਨੀ ਤਰੀਕੇ ਨਾਲ ਆ ਸਕਦੀ ਸੀ। ਮੁੰਡਾ ਵੇਖਣ 'ਚ ਬਹੁਤ ਸੋਹਣਾ ਸੁਨੱਖਾ ਤੇ ਘਰ ਦੇ ਪਰਿਵਾਰਕ ਮੈਂਬਰ ਵੀ ਬਹੁਤ ਘੱਟ ਸੀ ਤੇ ਸੁਣਿਆ ਸੀ ਉਸ ਪਿੰਡ ਦੇ ਵਿੱਚ ਕੋਠੀ ਵੀ ਬਹੁਤ ਸੋਹਣੀ ਹੈ, ਪਰ ਮੇਰੇ ਸਹੁਰਾ ਸਾਹਿਬ ਨੂੰ ਅੱਖਾਂ ਤੋਂ ਨਹੀਂ ਸੀ ਦਿਸਦਾ। ਮੁੰਡਾ ਇਸ ਲਈ ਵਿਆਹ ਕਰਵਾਉਣਾ ਚਾਹੁੰਦਾ ਸੀ ਕਿ ਮੇਰੇ ਪਿਓ ਦੀ ਚੰਗੀ ਤਰ੍ਹਾਂ ਸੇਵਾ ਕਰਨ ਵਾਲੀ ਕੁੜੀ ਮੈਨੂੰ ਮਿਲ ਜਾਵੇ। ਜਿਹੜੇ ਮੁੰਡੇ ਨਾਲ ਮੇਰਾ ਵਿਆਹ ਹੋਣਾ ਸੀ, ਉਹ ਘਰ ਦਾ ਇਕੱਲਾ ਮੁੰਡਾ ਸੀ। ਉਸ ਦੀ ਮਾਂ ਕਈ ਸਾਲ ਪਹਿਲਾਂ ਮਰ ਚੁੱਕੀ ਸੀ ਤੇ ਦੋਵੇਂ ਪਿਓ ਪੁੱਤ ਹੀ ਘਰ ਵਿੱਚ ਰਹਿੰਦੇ ਸੀ। ਸੁਣਿਆ ਸੀ ਕਿ ਉਹਨਾਂ ਦੇ ਘਰ ਵਿੱਚ ਇੱਕ ਨੌਕਰਾਣੀ ਰਹਿੰਦੀ ਹੈ ਜੋ ਪਿਛਲੇ 6 ਮਹੀਨਿਆਂ ਤੋਂ ਨੌਕਰੀ ਛੱਡ ਕੇ ਜਾ ਚੁੱਕੀ ਹੈ। ਉਸ ਤੋਂ ਬਾਅਦ ਹੀ ਉਹਨਾਂ ਦੇ ਘਰ ਦਾ ਕੰਮ ਕਰਨ ਦਾ ਔਖਾ ਸਰਦਾ ਸੀ। ਭਲਾ ਉਹ ਕਿੰਨਾ ਚਿਰ ਕੰਮ ਵਾਲੀ ਦੇ ਸਿਰ 'ਤੇ ਨੌਕਰਾਣੀ ਦੇ ਸਿਰ 'ਤੇ ਦਿਨ ਕੱਟਦੇ। ਇੱਕ ਨਾ ਇੱਕ ਦਿਨ ਤਾਂ ਮੁੰਡੇ ਨੂੰ ਵਿਆਹੁਣਾ ਹੀ ਪੈਣਾ ਸੀ। ਐਂ ਨਹੀਂ ਸੀ ਕਿ ਮੇਰਾ ਸਹੁਰਾ ਸ਼ੁਰੂ ਤੋਂ ਹੀ ਅੰਨਾ ਸੀ। ਉਹਨਾਂ ਦੀ ਅੱਖਾਂ ਦੀ ਰੌਸ਼ਨੀ 2 ਸਾਲ ਪਹਿਲਾਂ ਹੀ ਗਈ ਸੀ। ਉਹਨਾਂ ਦੇ ਅੱਖਾਂ ਵਿੱਚ ਚਿੱਟਾ ਮੋਤੀਆ ਆ ਗਿਆ ਸੀ ਤੇ ਉਹਨਾਂ ਨੂੰ ਇਸ ਮੋਤੀਏ ਬਾਰੇ ਪਹਿਲਾਂ ਪਤਾ ਨਹੀਂ ਸੀ ਲੱਗਿਆ। ਹੌਲੀ ਹੌਲੀ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਤੇ ਹੁਣ ਉਹਨਾਂ ਨੂੰ ਬਿਲਕੁਲ ਵੀ ਦਿਖਾਈ ਨਹੀਂ ਸੀ ਦਿੰਦਾ। ਇਹ ਰਿਸ਼ਤਾ ਵਧੀਆ ਸੀ ਤੇ ਮੇਰੇ ਕੋਲ ਨਾ ਕਰਨ ਦੀ ਵੀ ਕੋਈ ਗੁੰਜਾਇਸ਼ ਨਹੀਂ ਸੀ। ਮੇਰਾ ਵਿਆਹ ਬਹੁਤ ਹੀ ਸਧਾਰਨ ਤਰੀਕੇ ਦੇ ਨਾਲ ਇਸ ਮੁੰਡੇ ਨਾਲ ਕਰ ਦਿੱਤਾ ਗਿਆ। ਮੈਂ ਆਪਣੇ ਪਤੀ ਦੇ ਨਾਲ ਵਿਦਾ ਹੋ ਕੇ ਆਪਣੇ ਸਹੁਰੇ ਪਿੰਡ ਆ ਚੁੱਕੀ ਸੀ। ਪਿੰਡ ਦੀਆਂ ਸਾਰੀਆਂ ਔਰਤਾਂ ਨੇ ਮੇਰਾ ਬਹੁਤ ਵਧੀਆ ਤਰੀਕੇ ਦੇ ਨਾਲ ਸਵਾਗਤ ਕੀਤਾ ਤੇ ਮੈਨੂੰ ਇੱਕ ਸੋਫੇ 'ਤੇ ਬਿਠਾ ਕੇ ਗਿਫਟ ਤੇ ਕੁਝ ਸ਼ਗਨ ਪਾਇਆ। ਮੈਂ ਪਿੰਡ ਦੇ ਸਹੁਰਿਆਂ ਦੇ ਘਰ ਇਹ ਸ਼ਾਦੀ ਬਹੁਤ ਵਧੀਆ ਲੱਗੀ। ਮੈਨੂੰ ਪਿੰਡ ਦੇ ਰਸਮ ਰਿਵਾਜ ਵੀ ਬਹੁਤ ਵਧੀਆ ਲੱਗੇ। ਇੱਥੇ ਆਉਣ ਤੋਂ ਬਾਅਦ ਮੈਂ ਆਪਦੇ ਸਹੁਰੇ ਦਾ ਆਸ਼ੀਰਵਾਦ ਲਿਆ। ਇੱਦਾਂ ਕਰਦੇ ਕਾਫੀ ਦਿਨ ਗੁਜ਼ਰ ਗਏ। ਮੈਂ ਆਪਣੇ ਸਹੁਰਿਆਂ ਦੇ ਸਾਰੇ ਕੰਮ ਕਰਦੀ, ਉਹਦੇ ਕੱਪੜੇ ਵੀ ਬਦਲਦੀ ਤੇ ਕੋਲੇ ਬਹਿ ਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣਦੀ। ਉਹ ਬਹੂ ਕਹਿ ਕੇ ਮੇਰੇ ਨੇੜੇ ਆ ਜਾਂਦੇ ਸੀ। ਮੇਰੇ ਸਹੁਰਾ ਸਾਹਿਬ ਬਹੁਤ ਚੰਗੇ ਇਨਸਾਨ ਸੀ ਤੇ ਉਹਨਾਂ ਦੀਆਂ ਆਦਤਾਂ ਵੀ ਬਹੁਤ ਚੰਗੀਆਂ ਸੀ। ਜਦੋਂ ਮੈਂ ਘਰ ਦਾ ਕੰਮ ਕਰਦੀ ਤਾਂ ਮੇਰੀ ਨਜ਼ਰ ਮੇਰੇ ਸਹੁਰਾ ਸਾਹਿਬ 'ਤੇ ਜਾਂਦੀ। ਮੈਨੂੰ ਇੱਦਾਂ ਲੱਗਦਾ ਜਿਵੇਂ ਉਹ ਮੈਨੂੰ ਵੇਖ ਰਹੇ ਹੋਣ ਤੇ ਫਿਰ ਮੈਨੂੰ ਮਹਿਸੂਸ ਹੁੰਦਾ ਕਿ ਉਹ ਤਾਂ ਮੈਨੂੰ ਵੇਖ ਹੀ ਨਹੀਂ ਸਕਦੇ। ਉਹਨਾਂ ਦੀਆਂ ਤਾਂ ਅੱਖਾਂ ਦੀ ਰੌਸ਼ਨੀ ਹੀ ਨਹੀਂ। ਉਹ ਮੈਨੂੰ ਵੇਖ ਕੇ ਹੱਸ ਰਹੇ ਹੁੰਦੇ ਤੇ ਮੈਨੂੰ ਕਦੇ ਇਹ ਗੱਲ ਬੜੀ ਅਜੀਬ ਲੱਗਦੀ। ਮੇਰੇ ਸਹੁਰਾ ਸਾਹਿਬ ਲਗਾਤਾਰ ਮੇਰੇ ਵੱਲ ਹੀ ਕਿਉਂ ਵੇਖ ਰਹੇ ਹਨ? ਪਰ ਮੈਂ ਹਰ ਵਾਰ ਇਹ ਗੱਲ ਭੁੱਲ ਜਾਂਦੀ ਕਿ ਮੇਰੇ ਸਹੁਰਾ ਸਾਹਿਬ ਇੱਕ ਬਜ਼ੁਰਗ ਤੇ ਅੰਨੇ ਵਿਅਕਤੀ ਹਨ ਤੇ ਉਹਨਾਂ ਆਪਦੀਆਂ ਅੱਖਾਂ ਨਾਲ ਕੁਝ ਵੀ ਨਹੀਂ ਵੇਖ ਸਕਦੇ। ਸਾਡੇ ਘਰ ਹਰ ਰੋਜ਼ ਵੱਖ-ਵੱਖ ਤਰ੍ਹਾਂ ਦੀਆਂ ਔਰਤਾਂ ਆਉਂਦੀਆਂ ਤੇ ਮੇਰੇ ਨਾਲ ਕੁਝ ਟਾਈਮ ਗੱਲਾਂ ਕਰਨ ਤੋਂ ਬਾਅਦ ਚਲੀਆਂ ਜਾਂਦੀਆਂ। ਮੇਰੇ ਸਹੁਰਾ ਸਾਹਿਬ ਦਾ ਕਹਿਣਾ ਸੀ ਕਿ ਸਾਡੇ ਪਿੰਡ ਦੇ ਲੋਕ ਬਹੁਤ ਹੀ ਪਿਆਰੇ ਮੁਹੱਬਤ ਨਾਲ ਰਹਿਣ ਵਾਲੇ ਹਨ ਤੇ ਸਾਡੇ ਪਿੰਡ 'ਚ ਜਦ ਕੋਈ ਵੀ ਨਵੀਂ ਦੁਲਹਨ ਆਉਂਦੀ ਹੈ ਤਾਂ ਸਾਡੇ ਪਿੰਡ ਦੀਆਂ ਔਰਤਾਂ ਇਸੇ ਤਰ੍ਹਾਂ ਗੱਲਾਂ ਕਰਨ ਲੱਗ ਜਾਂਦੀਆਂ ਹਨ। ਮੇਰੇ ਸਹੁਰਾ ਸਾਹਿਬ ਆਪਣੇ ਕਮਰੇ ਤੋਂ ਬਾਹਰ ਵੀ ਨਹੀਂ ਸੀ ਆਉਂਦੇ। ਮੈਨੂੰ ਕਦੇ ਮੇਰੇ ਸਹੁਰਾ ਸਾਹਿਬ ਤੋਂ ਸ਼ਰਮ ਆਉਣ ਲੱਗਦੀ, ਕਿਉਂਕਿ ਉਹ ਮੇਰੇ ਸਹੁਰਾ ਸਾਹਿਬ ਸੀ ਤੇ ਸਹੁਰਾ ਸਾਹਿਬ ਪਿਤਾ ਦੇ ਸਮਾਨ ਹੁੰਦੇ ਹਨ। ਮੈਨੂੰ ਇਉਂ ਲੱਗਦਾ ਸੀ ਜਿਵੇਂ ਮੇਰੇ ਸਹੁਰਾ ਸਾਹਿਬ ਮੈਨੂੰ ਸਾਰਿਆਂ ਦੇ ਸਾਹਮਣੇ ਵੇਖਦੇ ਰਹਿੰਦੇ ਹੋਣ।
ਕਦੇ-ਕਦੇ ਮੈਂ ਆਪਣੇ ਮੱਥੇ ਵੱਟ ਪਾ ਕੇ ਉਹਨਾਂ ਨੂੰ ਘੂਰਨ ਲੱਗ ਜਾਂਦੀ। ਮੈਂ ਇਹ ਵੀ ਭੁੱਲ ਜਾਂਦੀ ਕਿ ਮੇਰੇ ਸਹੁਰਾ ਸਾਹਿਬ ਨੂੰ ਤਾਂ ਦਿਖਦਾ ਹੀ ਨਹੀਂ, ਕਿਉਂਕਿ ਸਾਡੇ ਘਰ ਵਿੱਚ ਅਜਿਹਾ ਕੋਈ ਵੀ ਨਹੀਂ ਸੀ ਅਤੇ ਮੈਨੂੰ ਐਵੇਂ ਦੇ ਲੋਕਾਂ ਦੀਆਂ ਆਦਤਾਂ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ। ਅਜਿਹਾ ਮੇਰੇ ਨਾਲ ਪਹਿਲੀ ਵਾਰ ਹੋ ਰਿਹਾ ਸੀ ਕਿ ਮੈਂ ਆਪਣੇ ਅੰਨ੍ਹੇ ਸਹੁਰਾ ਸਾਹਿਬ ਨਾਲ ਘਰ ਵਿੱਚ ਰਹਿ ਰਹੀ ਸੀ। ਮੇਰੇ ਘਰ ਵਾਲਾ ਡੇਲੀ ਰੂਟੀਨ ਮੁਤਾਬਕ ਸਵੇਰੇ ਨੌਕਰੀ 'ਤੇ ਚਲਾ ਜਾਂਦਾ। ਘਰ ਵਿੱਚ ਮੈਂ ਅਤੇ ਮੇਰਾ ਸਹੁਰਾ ਸਾਹਿਬ ਹੀ ਰਹਿ ਜਾਂਦੇ। ਮੇਰੇ ਘਰ ਵਾਲੇ ਨੇ ਮੈਨੂੰ ਪਹਿਲੀ ਰਾਤ ਹੀ ਸਾਰਾ ਕੁਝ ਸਮਝਾ ਦਿੱਤਾ ਸੀ ਕਿ ਸਹੁਰੇ ਸਾਹਿਬ ਦਾ ਪੂਰਾ ਖਿਆਲ ਰੱਖਣਾ ਹੈ। ਬਹੁਤ ਸਾਲ ਤੋਂ ਸਾਡੇ ਘਰ ਵਿੱਚ ਨੌਕਰ ਰਾਣੀ ਰਹਿੰਦੀ ਸੀ, ਜਿਹੜੀ ਮੇਰੇ ਪਿਤਾ ਜੀ ਦਾ ਬਹੁਤ ਖਿਆਲ ਰੱਖਦੀ ਸੀ। ਮੈਂ ਤਾਂ ਸਵੇਰੇ ਨੌਕਰੀ ਲਈ ਨਿਕਲ ਜਾਂਦਾ ਹਾਂ ਅਤੇ ਜਦੋਂ ਮੇਰੇ ਪਿਤਾ ਦੀ ਰੌਸ਼ਨੀ ਸੀ ਅਤੇ ਉਹ ਖੇਤਾਂ ਵਿੱਚ ਕੰਮ ਕਰਨ ਲਈ ਚਲੇ ਜਾਂਦੇ ਸੀ, ਪਰ ਜਦ ਦੀ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਗਈ ਹੈ, ਉਹ ਘਰ ਵਿੱਚ ਹੀ ਰਹਿੰਦੇ ਹਨ। ਮਹੀਨਿਆਂ ਤੱਕ ਤਾਂ ਨੌਕਰਾਣੀ ਦੇ ਸਾਥ ਦਿੱਤਾ, ਪਰ ਹੁਣ ਉਹ ਨੌਕਰੀ ਛੱਡ ਕੇ ਚਲੀ ਗਈ, ਜਿਸ ਕਰਕੇ ਸਾਡੇ ਘਰ 'ਚ ਬਹੁਤ ਸਮੱਸਿਆ ਹੋ ਗਈ ਹੈ। ਸਾਡੀ ਗੁਆਂਢਣ, ਜਿਸ ਨੂੰ ਮੈਂ ਮਾਸੀ ਕਹਿੰਦਾ ਹਾਂ, ਉਹ ਆ ਕੇ ਸਾਡੇ ਘਰ ਦਾ ਖਾਣਾ ਬਣਾ ਜਾਂਦੀ ਸੀ, ਪਰ ਇੰਝ ਅਸੀਂ ਕਿੰਨਾ ਚਿਰ ਕਿਸੇ ਦੇ ਸਹਾਰੇ, ਕਿਸੇ ਦੀ ਮਦਦ ਲੈ ਕੇ ਜਿਉਂਦੇ। ਵਿਆਹ ਦੀ ਪਹਿਲੀ ਰਾਤ ਮੇਰੇ ਘਰ ਵਾਲੇ ਨੇ ਮੇਰੀ ਬੜੀ ਤਾਰੀਫ ਕੀਤੀ। ਮੈਂ ਆਪਣੇ ਘਰ ਵਾਲੇ ਦੇ ਮੂੰਹੋਂ ਤਾਰੀਫ ਸੁਣ ਕੇ ਬੜੀ ਖੁਸ਼ ਹੋਈ ਅਤੇ ਮੈਂ ਉਹਨਾਂ ਨੂੰ ਯਕੀਨ ਦਿਵਾਇਆ ਕਿ ਮੈਂ ਆਪਣੇ ਸਹੁਰਾ ਸਾਹਿਬ ਦਾ ਪੂਰਾ ਖਿਆਲ ਰੱਖਾਂਗੀ ਅਤੇ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗੀ। ਜਦੋਂ ਮੈਂ ਸਵੇਰੇ ਉੱਠੀ ਤਾਂ ਮੈਂ ਆਪਣੇ ਸਹੁਰਾ ਸਾਹਿਬ ਲਈ ਰੋਟੀ ਬਣਾ ਦਿੱਤੀ। ਪਹਿਲਾਂ ਤਾਂ ਮੇਰੇ ਪਤੀ ਦੇ ਹੀ ਸ਼ਹਿਰ ਤੋਂ ਸਾਡੇ ਲਈ ਰੋਟੀ ਲੈ ਆਉਂਦੇ ਸੀ ਅਤੇ ਮੈਨੂੰ ਕਿਹਾ ਕਿ ਕੁਝ ਦਿਨ ਆਰਾਮ ਕਰੋ, ਤੁਸੀਂ ਨਵੇਂ ਵਿਆਹੇ ਆਏ ਹੋ, ਇਸ ਤੋਂ ਬਾਅਦ ਤੁਸੀਂ ਹੀ ਤਾਂ ਘਰ ਦਾ ਸਾਰਾ ਕੰਮ ਕਰਨਾ ਹੈ। ਲੇਕਿਨ ਹੁਣ ਮੈਂ ਤਾਂ ਘਰ ਦਾ ਸਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਨੂੰ ਚੰਗਾ ਨਹੀਂ ਸੀ ਲੱਗਦਾ ਕਿ ਮੇਰੇ ਪਤੀ ਸ਼ਹਿਰੋਂ ਮੇਰੇ ਹੁੰਦਿਆਂ ਖਾਣ ਲਈ ਰੋਟੀਆਂ ਲੈ ਕੇ ਆਵੇ। ਇੱਕ ਨਾ ਇੱਕ ਦਿਨ ਤਾਂ ਮੈਨੂੰ ਆਪਣੀ ਰਸੋਈ ਸੰਭਾਲਣੀ ਹੀ ਪੈਣੀ ਸੀ। ਮੇਰੇ ਸਹੁਰਾ ਸਾਹਿਬ ਵੀ ਕਹਿੰਦੇ ਸਨ ਕਿ ਬਹੂ, 1-2 ਦਿਨ ਰੋਟੀ ਢਾਬੇ ਤੋਂ ਲੈ ਆਵਾਂਗੇ, ਪਰ ਮੈਂ ਉਹਨਾਂ ਨੂੰ ਇਨਕਾਰ ਕਰ ਦਿੱਤਾ। ਮੈਂ ਐਵੇਂ ਦੀ ਕੁੜੀ ਨਹੀਂ ਹਾਂ ਜੋ ਹਮੇਸ਼ਾ ਲਈ ਆਰਾਮ ਕਰਦੀ ਰਵਾਂਗੀ। ਇਸ ਘਰ ਦੀ ਜ਼ਿੰਮੇਵਾਰੀ ਹੁਣ ਮੈਂ ਆਪਣੇ ਹੱਥਾਂ ਨਾਲ ਨਿਭਾਉਣਾ ਚਾਹੁੰਦੀ ਹਾਂ। ਇਸ ਘਰ ਤਾਂ ਮੈਨੂੰ ਹੀ ਸੰਭਾਲਣਾ ਪਵੇਗਾ। ਮੇਰੀਆਂ ਗੱਲਾਂ ਸੁਣ ਕੇ ਮੇਰੇ ਪਤੀ ਅਤੇ ਮੇਰੇ ਸਹੁਰਾ ਸਾਹਿਬ ਬੜੇ ਖੁਸ਼ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਹੋ ਜਿਹੀ ਕੁੜੀ ਦੀ ਹੀ ਤਲਾਸ਼ ਸੀ। ਮੇਰੇ ਪਤੀ ਕਹਿਣ ਲੱਗੇ ਕਿ ਤੁਸੀਂ ਬਹੁਤ ਸੋਹਣੇ ਹੋ, ਇਕੱਲੇ ਸੋਹਣੇ ਹੀ ਨਹੀਂ, ਤੁਸੀਂ ਸਮਝਦਾਰ ਵੀ ਹੋ। ਮੈਂ ਨਾਸ਼ਤੇ ਦੇ ਟੇਬਲ ਉੱਤੇ ਨਾਸ਼ਤਾ ਲਗਾ ਦਿੱਤਾ ਅਤੇ ਮੇਰੇ ਸਹੁਰਾ ਸਾਹਿਬ ਹੀ ਮੇਰੇ ਸਾਹਮਣੇ ਬੈਠ ਗਏ। ਮੈਂ ਆਪਣੇ ਹੱਥਾਂ ਦੇ ਨਾਲ ਉਹਨਾਂ ਨੂੰ ਰੋਟੀ ਫੜਾਈ। ਮੇਰੇ ਘਰ ਵਾਲੇ ਨੇ ਆਪਣੇ ਹੱਥਾਂ ਦੇ ਨਾਲ ਮੇਰੇ ਸਹੁਰਾ ਸਾਹਿਬ ਨੂੰ ਰੋਟੀ ਖਵਾਈ। ਮੇਰੇ ਘਰ ਵਾਲਾ ਹੌਲੀ ਮੈਨੂੰ ਦੇਖ ਕੇ ਮੁਸਕਰਾ ਰਿਹਾ ਸੀ। ਮੇਰਾ ਪਤੀ ਜਦੋਂ ਵੀ ਘਰ ਆਉਂਦਾ ਅਤੇ ਸਾਰਾ ਕੁਝ ਆਪਣੇ ਪਿਤਾ ਦੇ ਲਈ ਆਪਣੇ ਹੱਥੀਂ ਖਵਾਉਂਦਾ। ਉਹਨਾਂ ਨੇ ਮੈਨੂੰ ਆਪਣੇ ਪਿਤਾ ਨੂੰ ਰੋਟੀ ਖਵਾਉਂਦੇ ਹੋਏ ਕਿਹਾ ਕਿ ਅਗਲੀ ਵਾਰ ਇਹ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਮੈਂ ਆਪਣੇ ਪਤੀ ਨੂੰ ਖੁਸ਼ ਹੁੰਦਿਆਂ ਕਿਹਾ ਕਿ ਕਿਉਂ ਨਹੀਂ, ਮੈਂ ਹੁਣ ਸਾਰੀ ਜ਼ਿੰਮੇਵਾਰੀ ਖੁਦ ਸੰਭਾਲ ਲਵਾਂਗੀ। ਮੈਨੂੰ ਇੱਦਾਂ ਲੱਗ ਰਿਹਾ ਸੀ ਜਿਵੇਂ ਮੇਰੇ ਸਹੁਰਾ ਸਾਹਿਬ ਮੇਰੇ ਸਾਹਮਣੇ ਬੈਠ ਕੇ ਮੇਰੇ ਵੱਲ ਹੀ ਵੇਖ ਰਹੇ ਹੋਣ। ਮੇਰੇ ਸਹੁਰਾ ਸਾਹਿਬ ਨੇ ਰੋਟੀ ਖਾ ਲਈ। ਮੇਰੇ ਪਤੀ ਮੇਰੇ ਸਹੁਰਾ ਸਾਹਿਬ ਕੋਲ ਰੱਖੀ ਕੁਰਸੀ ਤੋਂ ਉੱਠ ਕੇ ਬਿਲਕੁਲ ਮੇਰੇ ਨਾਲ ਦੀ ਕੁਰਸੀ 'ਤੇ ਆ ਕੇ ਬੈਠ ਗਏ ਅਤੇ ਮੇਰੇ ਮੂੰਹ ਨੂੰ ਟੱਚ ਕਰਨ ਲੱਗੇ। ਮੈਨੂੰ ਡਰ ਸੀ ਕਿਤੇ ਮੇਰੇ ਸਹੁਰਾ ਸਾਹਿਬ ਸਾਨੂੰ ਦੇਖ ਨਾ ਲੈਣ। ਮੇਰੇ ਸਹੁਰਾ ਸਾਹਿਬ ਨੇ ਇਸ਼ਾਰੇ ਨਾਲ ਮੈਨੂੰ ਸਮਝਾਇਆ ਕਿ ਉਹ ਆਪਾਂ ਨੂੰ ਕਿਵੇਂ ਦੇਖ ਲੈਣਗੇ, ਉਹਨਾਂ ਨੂੰ ਤਾਂ ਦਿਖਦਾ ਹੀ ਨਹੀਂ। ਮੇਰੇ ਪਤੀ ਮੈਨੂੰ ਬਹੁਤ ਪਿਆਰ ਕਰਦੇ ਸੀ। ਮੇਰੇ ਘਰ ਵਾਲੇ ਦੇ ਜਾਣ ਤੋਂ ਬਾਅਦ ਜਦੋਂ ਮੈਂ ਘਰ ਦਾ ਕੰਮ ਕਰਦੀ ਸੀ, ਮੈਂ ਗਲੇ ਚੁੰਨੀ ਨਹੀਂ ਸੀ ਪਾਉਂਦੀ, ਇਹ ਸੋਚ ਕੇ ਕਿ ਘਰ ਵਿੱਚ ਕਿਹੜਾ ਕੋਈ ਹੈਗਾ, ਸਹੁਰਾ ਸਾਹਿਬ ਹੀ ਨੇ ਅਤੇ ਉਹਨਾਂ ਨੂੰ ਤਾਂ ਵੈਸੇ ਵੀ ਦਿਖਦਾ ਹੀ ਨਹੀਂ। ਮੈਂ ਘਰ ਵਿੱਚ ਕਿਸੇ ਵੀ ਹਾਲਤ ਵਿੱਚ ਕੰਮ ਕਰਦੀ ਰਹਿੰਦੀ, ਆਪਦੇ ਸਹੁਰੇ ਦੇ ਸਾਹਮਣੇ ਕਿਸੇ ਵੀ ਹਾਲਤ ਵਿੱਚ ਜਾ ਵੜਦੀ। ਮੇਰੇ ਸਹੁਰਾ ਸਾਹਿਬ ਬਹੁਤ ਚੰਗੇ ਅਤੇ ਬਹੁਤ ਵਧੀਆ ਆਦਤਾਂ ਦੇ ਇਨਸਾਨ ਸੀ। ਕਦੇ ਮੈਨੂੰ ਦੁੱਖ ਹੁੰਦਾ ਕਿ ਇਹਨਾਂ ਵਧੀਆ ਇਨਸਾਨ ਦੀਆਂ ਅੱਖਾਂ ਦੀ ਰੋਸ਼ਨੀ ਕਿਵੇਂ ਜਾ ਸਕਦੀ ਹੈ। ਉਹ ਵਿਚਾਰੇ ਆਪਣੇ ਘਰ ਵਾਲੇ ਅਤੇ ਆਪਣੇ ਪੁੱਤ ਦੇ ਵਿਆਹ ਨੂੰ ਵੀ ਨਹੀਂ ਵੇਖ ਸਕੇ। ਮੇਰੇ ਸਹੁਰੇ ਦੇ ਮੂੰਹ 'ਤੇ ਹਮੇਸ਼ਾ ਹਾਸਾ ਹੀ ਰਹਿੰਦਾ ਸੀ। ਮੇਰੇ ਘਰ ਵਾਲੇ ਨੇ ਦੱਸਿਆ ਕਿ ਮੇਰੇ ਸਹੁਰਾ ਸਾਹਿਬ ਬਹੁਤ ਇਮਾਨਦਾਰ ਵਿਅਕਤੀ ਹਨ। ਪਿੰਡ ਵਿੱਚ ਉਹ ਕੋਈ ਵੀ ਮਾੜੇ ਚੰਗੇ ਬੋਲ ਨਹੀਂ ਬੋਲਦੇ ਅਤੇ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਹਨ। ਮੈਂ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਆਪਣੇ ਪਿਤਾ ਦਾ ਇਲਾਜ ਕਿਉਂ ਨਹੀਂ ਕਰਵਾਇਆ।
ਮੇਰੇ ਪਤੀ ਨੇ ਕਿਹਾ ਕਿ ਮੈਂ ਉਹਨਾਂ ਦਿਨਾਂ ਵਿੱਚ ਸ਼ਹਿਰ 'ਚ ਨੌਕਰੀ ਕਰਦਾ ਸੀ ਤੇ ਕਿਸੇ ਜ਼ਰੂਰੀ ਕੰਮ ਕਰਕੇ ਸ਼ਹਿਰ 'ਚ ਰੁਕਿਆ ਹੋਇਆ ਸੀ। ਮੇਰੇ ਪਿਤਾ ਜੀ ਨਹੀਂ ਚਾਹੁੰਦੇ ਸਨ ਕਿ ਉਹ ਮੈਨੂੰ ਆਪਣੀ ਮੁਸ਼ਕਲ ਦੱਸਣ ਤੇ ਉਹਨਾਂ ਨੇ ਮੈਨੂੰ ਆਪਣੀ ਮੁਸ਼ਕਲ ਬਾਰੇ ਜਮਾਂ ਵੀ ਨਹੀਂ ਦੱਸਿਆ। ਇਸ ਕਰਕੇ ਹੀ ਹੌਲੀ-ਹੌਲੀ ਉਹਨਾਂ ਦੇ ਅੱਖਾਂ ਦੀ ਰੌਸ਼ਨੀ ਚਲੀ ਗਈ। ਕੁਝ ਦਿਨ ਬਾਅਦ ਜਦੋਂ ਮੈਂ ਘਰ ਵਾਪਸ ਆਇਆ ਤੇ ਮੈਨੂੰ ਪਤਾ ਲੱਗਿਆ ਕਿ ਕਿਤੇ ਉਹ ਮੈਨੂੰ ਪਹਿਲਾਂ ਦੱਸ ਦਿੰਦੇ ਤਾਂ ਮੈਂ ਉਹਨਾਂ ਨੂੰ ਆਪਣੇ ਨਾਲ ਸ਼ਹਿਰ ਲੈ ਜਾਂਦਾ ਤੇ ਉਹਨਾਂ ਦਾ ਇਲਾਜ ਕਰਵਾ ਦਿੰਦਾ ਤੇ ਸ਼ਾਇਦ ਉਹ ਠੀਕ ਹੋ ਜਾਂਦੇ। ਪਰ ਉਹਨਾਂ ਨੇ ਤਾਂ ਆਪਣਾ ਇਲਾਜ ਨਾ ਕਰਵਾਉਣ ਦੀ ਜਿੱਦ ਹੀ ਬੰਨੀ ਹੋਈ ਸੀ। ਪਰ ਉਹਨਾਂ ਨੇ ਤਾਂ ਮੈਨੂੰ ਸਮਾਂ ਲੰਘਣ ਤੋਂ ਬਾਅਦ ਹੀ ਦੱਸਿਆ। ਮੈਂ ਉਹਨਾਂ ਨੂੰ ਫਿਰ ਵੀ ਕਿਹਾ ਕਿ ਮੈਂ ਤੁਹਾਨੂੰ ਡਾਕਟਰ ਕੋਲ ਲੈ ਕੇ ਜਾਂਦਾ ਹਾਂ, ਤੁਹਾਡੀ ਅੱਖਾਂ ਦੀ ਰੋਸ਼ਨੀ ਵਾਪਸ ਆ ਜੇ। ਪਰ ਮੇਰੇ ਪਿਤਾ ਜੀ ਨੇ ਮੈਨੂੰ ਹਰ ਵਾਰ ਨਾ ਕਰ ਦਿੰਦੇ ਤੇ ਕਹਿੰਦੇ ਕਿ ਮੇਰੀ ਹੁਣ ਬਹੁਤ ਉਮਰ ਹੋ ਗਈ ਹੈ ਤੇ ਮੈਂ ਆਪਣੀ ਜ਼ਿੰਦਗੀ ਬਹੁਤ ਕੁਝ ਵੇਖ ਲਿਆ ਹੈ ਤੇ ਹੁਣ ਤੇਰੀ ਉਮਰ ਹੈ, ਤੂੰ ਆਪਣਾ ਵਿਆਹ ਕਰਾ ਕੇ ਜ਼ਿੰਦਗੀ 'ਚੋਂ ਮੇਰਾ ਕੀ, ਮੈਂ ਤਾਂ ਦੁਨੀਆ ਛੱਡ ਕੇ ਇੱਕ ਨਾ ਇੱਕ ਦਿਨ ਤੁਰ ਹੀ ਜਾਣਾ ਹੈ। ਮੈਂ ਤਾਂ ਵੈਸੇ ਵੀ ਹੁਣ ਬੁੱਢਾ ਹੋ ਗਿਆ ਹਾਂ, ਮੇਰੇ ਸਰੀਰ 'ਚ ਦਿਨੋਂ ਦਿਨ ਬਿਮਾਰੀਆਂ ਵੱਧਦੀਆਂ ਹੀ ਜਾਂਦੀਆਂ ਹਨ। ਫਿਕਰ ਨਾ ਕਰ, ਕੀ ਹੋਇਆ ਮੈਂ ਵੇਖ ਨਹੀਂ ਸਕਦਾ, ਮੈਂ ਸੁਣ ਤਾਂ ਸਕਦਾ ਹਾਂ ਨਾ। ਮੈਂ ਤੁਹਾਨੂੰ ਸਭ ਨੂੰ ਖੁਸ਼ ਵੇਖਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਤੇਰਾ ਘਰ ਵਸ ਜਾਵੇ। ਕਹਿ ਕੇ ਪਿਤਾ ਦੀ ਗੱਲ ਖ਼ਤਮ ਕਰ ਦਿੰਦੇ ਤੇ ਘਰ ਤੋਂ ਬਾਹਰ ਮੇਰੇ ਨਾਲ ਡਾਕਟਰ ਕੋਲ ਨਾ ਜਾਂਦੇ। ਮੇਰੇ ਪਤੀ ਨੇ ਕਿਹਾ ਕਿ ਸ਼ਾਇਦ ਮੈਨੂੰ ਪਤਾ ਨਹੀਂ, ਮੇਰੇ ਪਿਤਾ ਜੀ ਬਹੁਤ ਜਿੱਦੀ ਹਨ ਤੇ ਸ਼ਾਇਦ ਇਹ ਕਿਸੇ ਵਿੱਚ ਹੀ ਖੁਸ਼ ਹਨ ਤੇ ਹੁਣ ਉਹਨਾਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਮੇਰੀ ਹੋ ਗਈ ਹੈ। ਮੈਂ ਆਪਦੇ ਸਹੁਰਾ ਸਾਹਿਬ ਦੀ ਪੂਰੀ ਦੇਖਭਾਲ ਕਰਦੀ ਸੀ ਤੇ ਉਹਨਾਂ ਨੂੰ ਆਪਣੇ ਪਿਤਾ ਸਮਾਨ ਹੀ ਸਮਝਦੀ ਸੀ। ਉਹਨਾਂ ਦੇ ਸਾਰੇ ਕੰਮ ਕਰਦੀ ਸੀ। ਮੈਂ ਆਪਣੇ ਪਤੀ ਨੂੰ ਯਕੀਨ ਦਿਵਾ ਦਿੱਤਾ ਸੀ ਕਿ ਤੁਹਾਨੂੰ ਮੇਰੇ ਹੁੰਦਿਆਂ ਕਿਸੇ ਵੀ ਟੈਨਸ਼ਨ ਦੀ ਲੋੜ ਨਹੀਂ। ਮੈਂ ਆਪਣੇ ਸਹੁਰੇ ਦੀਆਂ ਪੁਰਾਣੀਆਂ ਫੋਟੋਆਂ ਦੇਖੀਆਂ ਜਿਸ ਵਿੱਚ ਉਹਨਾਂ ਨੂੰ ਦਿਖਦਾ ਸੀ ਉਦੋਂ ਮੇਰੀ ਸੱਸ ਵੀ ਜਿਉਂਦੀ ਸੀ। ਮੇਰੀ ਸੱਸ ਬਹੁਤ ਖੂਬਸੂਰਤ ਸੀ ਤੇ ਮੇਰੇ ਸਹੁਰਾ ਸਾਹਿਬ ਵੀ ਜਵਾਨੀ ਵਿੱਚ ਸੀ ਤੇ ਉਹ ਬਹੁਤ ਸੋਹਣੇ ਦਿਖਦੇ ਸੀ ਤੇ ਸਮਾਰਟ ਵੀ। ਮੇਰੀ ਸੱਸ ਮੇਰੇ ਸਹੁਰੇ ਤੋਂ ਘੱਟ ਉਮਰ ਦੀ ਸੀ। ਮੇਰਾ ਸਹੁਰਾ ਸਾਹਿਬ ਬਹੁਤ ਜ਼ਿਆਦਾ ਉਮਰ ਦੇ ਸਨ, ਪਰ ਫਿਰ ਵੀ ਉਹ ਬਹੁਤ ਜ਼ਿਆਦਾ ਹੈਂਡਸਮ ਤੇ ਹਸਕੀਨ ਲੱਗਦੇ ਸੀ। ਹੁਣ ਵੀ ਤਿਆਰ ਹੋ ਕੇ ਬਾਹਰ ਨਿਕਲਣ ਕੋਈ ਵੀ ਉਹਨਾਂ ਨੂੰ ਬੁੱਢਾ ਨਹੀਂ ਕਹਿ ਸਕਦਾ ਸੀ। ਸ਼ਾਇਦ ਉਹਨਾਂ ਦੀ ਦੁੱਖ ਦੇ ਕਾਰਨ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੀ ਉਮਰ ਜ਼ਿਆਦਾ ਲੱਗਦੀ ਸੀ। ਇੱਕ ਦਿਨ ਮੇਰੇ ਸਹੁਰਾ ਸਾਹਿਬ ਮੈਨੂੰ ਕਹਿਣ ਲੱਗੇ, ਦੇਖੋ ਬਹੂ, ਮੇਰੇ ਕਰਮਾਂ ਵਿੱਚ ਕੀ ਲਿਖਿਆ ਹੈ। ਮੈਂ ਆਪਣੇ ਘਰ ਦੀ ਬਹੂ ਤੇ ਆਪਣੀ ਨੂੰਹ ਨੂੰ ਅੱਖਾਂ ਨਾਲ ਨਹੀਂ ਵੇਖ ਸਕਦਾ। ਮੈਂ ਕਿਹਾ ਕੋਈ ਗੱਲ ਨਹੀਂ ਪਿਤਾ ਜੀ, ਤੁਸੀਂ ਮੈਨੂੰ ਇਸ ਤਰ੍ਹਾਂ ਹੀ ਆਸ਼ੀਰਵਾਦ ਦੇ ਸਕਦੇ ਹੋ। ਵਿਆਹ ਦੇ ਕੁਝ ਦਿਨ ਬਾਅਦ ਨੋਰਮਲ ਨਿਕਲ ਗਏ, ਪਰ ਮੇਰੇ ਤਾਂ ਉਦੋਂ ਹੋਸ਼ ਹੀ ਉੱਡ ਗਏ ਜਦੋਂ ਮੇਰੇ ਪਤੀ ਨੂੰ ਕੁਝ ਦਿਨ ਦੇ ਲਈ ਸ਼ਹਿਰ ਰੁਕਣਾ ਪਿਆ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਕੁਝ ਦਿਨ ਦੇ ਲਈ ਪੇਕੇ ਛੱਡ ਆਓ। ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਕਿਉਂਕਿ ਘਰ ਵਿੱਚ ਪਿਤਾ ਜੀ ਇਕੱਲੇ ਹਨ ਤੇ ਉਹਨਾਂ ਦੀ ਦੇਖਭਾਲ ਕੌਣ ਕਰੇਗਾ। ਮੇਰਾ ਪਤੀ ਸ਼ਹਿਰ ਜਾ ਚੁੱਕਾ ਸੀ ਤੇ ਮੈਨੂੰ ਕਹਿ ਕੇ ਗਿਆ ਸੀ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਪਿਤਾ ਜੀ ਦਾ ਧਿਆਨ ਜ਼ਰੂਰ ਰੱਖੀ ਤੇ ਉਹਨਾਂ ਦੀ ਸੇਵਾ ਵੀ ਤੁਸੀਂ ਕਰੋਗੇ ਤੇ ਉਹਨਾਂ ਦੇ ਕੱਪੜੇ ਵੀ ਤੁਸੀਂ ਚੇਂਜ ਕਰੋਗੇ। ਰੋਟੀ ਪਾਣੀ ਤੱਕ ਤਾਂ ਠੀਕ ਸੀ, ਪਰ ਮੈਂ ਉਹਨਾਂ ਦੇ ਕੱਪੜੇ ਬਦਲਣ ਦੀ ਗੱਲ ਸੁਣ ਕੇ ਮੇਰਾ ਤਾਂ ਦਿਮਾਗ ਹੀ ਘੁੰਮਣ ਲੱਗ ਪਿਆ। ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਕੱਪੜੇ ਕਿਵੇਂ ਚੇਂਜ ਕਰ ਸਕਦੀ ਹਾਂ, ਪਰ ਮੇਰੇ ਪਤੀ ਨੇ ਉਲਟਾ ਜਵਾਬ ਦਿੱਤਾ ਕਿ ਜੇ ਤੇਰੇ ਪੇਕੇ ਤੇਰੇ ਪਿਤਾ ਜੀ ਇਸ ਤਰ੍ਹਾਂ ਹੁੰਦੇ ਤੇ ਘਰ ਵਿੱਚ ਉਹਨਾਂ ਦੀ ਦੇਖ ਰੇਖ ਕਰਨ ਵਾਲਾ ਕੋਈ ਨਾ ਹੁੰਦਾ ਤਾਂ ਫਿਰ ਵੀ ਤਾਂ ਤੂੰ ਉਹਨਾਂ ਦੇ ਕੱਪੜੇ ਲੀੜੇ ਲੱਤੇ ਬਦਲਦੀ। ਮੈਂ ਆਪਣੇ
ਪਤੀ ਨੂੰ ਰੋਕਦੇ ਹੋ ਬੋਲਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਬੋਲ ਰਹੇ ਹੋ? ਰੱਬ ਨਾ ਕਰੇ ਮੇਰੇ ਪਿਓ ਨੂੰ ਇਸ ਤਰ੍ਹਾਂ ਹੋਵੇ। ਮੈਂ ਭੁੱਲਦੀ ਹੋਈ ਕਿਹਾ। ਮੇਰੇ ਪਤੀ ਬੋਲੇ, ਇਸੇ ਲਈ ਤਾਂ ਕਹਿ ਰਿਹਾ ਹਾਂ ਕਿ ਮੇਰੇ ਪਿਤਾ ਜੀ ਦੀ ਦੇਖਭਾਲ ਚੰਗੀ ਤਰ੍ਹਾਂ ਕਰਿਓ। ਮੈਨੂੰ ਬਹੁਤ ਟੈਨਸ਼ਨ ਹੋਣ ਲੱਗੀ ਤੇ ਮੈਂ ਸੋਚਣ ਲੱਗੀ ਕਿ ਮੈਂ ਇਹ ਕੰਮ ਕਰਾਂ ਕਿ ਨਾ ਕਰਾਂ। ਭਾਵੇਂ ਮੇਰੇ ਸਹੁਰਾ ਸਾਹਿਬ ਚੰਗੇ ਸੀ, ਪਰ ਫਿਰ ਵੀ ਸੀ ਤਾਂ ਸਹੁਰਾ ਸਾਹਿਬ ਹੀ ਨਾ। ਜੇ ਕੋਈ ਛੋਟੀ ਉਮਰ ਦਾ ਬੱਚਾ ਹੁੰਦਾ ਤਾਂ ਸ਼ਾਇਦ ਇਹ ਕੰਮ ਮੈਂ ਪਤੀ ਦੇ ਬਿਨਾਂ ਕਹੇ ਹੀ ਕਰ ਦਿੰਦੀ। ਉਹ ਤਾਂ ਮੇਰੇ ਸਹੁਰਾ ਸਾਹਿਬ ਨੇ। ਮੈਂ ਇਹ ਕੰਮ ਕਿਵੇਂ ਕਰਾਂ? ਮੈਨੂੰ ਸੋਚ ਕੇ ਹੀ ਸ਼ਰਮ ਆਉਣ ਲੱਗੀ। ਮੇਰੇ ਪਤੀ ਦੇ ਜਾਣ ਤੋਂ ਬਾਅਦ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਆਵਾਜ਼ ਦੇਣੀ ਸ਼ੁਰੂ ਕੀਤੀ। ਮੇਰੇ ਸਹੁਰਾ ਸਾਹਿਬ ਕੁਝ ਹੀ ਕੱਪੜਿਆਂ ਵਿੱਚ ਸਨ। ਮੇਰੇ ਸਹੁਰਾ ਸਾਹਿਬ ਕਹਿੰਦੇ ਕਿ ਬੇਟਾ ਜਾ ਚੁੱਕਿਆ ਹੈ। ਮੈਂ ਕਿਹਾ ਜੀ ਹਾਂ, 30 ਮਿੰਟ ਹੋ ਗਏ ਹਨ ਉਹਨਾਂ ਨੂੰ ਘਰੋਂ ਗਿਆ ਨੂੰ। ਉਹਨਾਂ ਨੇ ਕਿਹਾ ਚਲੋ ਠੀਕ ਹੈ, ਤੁਸੀਂ ਮੇਰਾ ਕਮੀਜ਼ ਫੜਾ ਦਿਓ। ਪਤਾ ਨਹੀਂ ਸਾਰੇ ਬੈੱਡ ਤੇ ਦੇਖ ਲਿਆ, ਕਿਤੇ ਲੱਭਾ ਹੀ ਨਹੀਂ। ਮੈਂ ਆਪਣੇ ਸਹੁਰਾ ਸਾਹਿਬ ਨੂੰ ਕਮੀਜ਼ ਲੱਭ ਕੇ ਦਿੱਤੀ ਤੇ ਉਹਨਾਂ ਨੇ ਪਾ ਲਈ, ਪਰ ਉਹ ਕਮੀਜ਼ ਦੇ ਬਟਨ ਪੁੱਠੇ ਸਿੱਧੇ ਲਗਾ ਰਹੇ ਸੀ ਤੇ ਮੈਨੂੰ ਮਜਬੂਰਨ ਅੱਗੇ ਵਧਣਾ ਪਿਆ। ਮੈਂ ਬਟਨ ਲਾਏ ਤਾਂ ਮੇਰੇ ਸਹੁਰਾ ਸਾਹਿਬ ਹੱਸ ਰਹੇ ਸੀ। ਅਚਾਨਕ ਉਹਨਾਂ ਦਾ ਹੱਥ ਮੇਰੀ ਢੂੰਹੀ ਉੱਤੇ ਲੱਗਿਆ। ਮੈਂ ਤਾਂ ਉਹਨਾਂ ਨੂੰ ਕੁਝ ਕਹਿ ਵੀ ਨਹੀਂ ਸੀ ਸਕਦੀ, ਕਿਉਂਕਿ ਉਹਨਾਂ ਨੂੰ ਕਿਹੜਾ ਪਤਾ ਸੀ ਕਿ ਉਹਨਾਂ ਦਾ ਹੱਥ ਕਿੱਥੇ ਲੱਗ ਰਿਹਾ ਹੈ। ਜਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਹੱਥ ਮੇਰੇ ਨਾਲ ਟੱਚ ਹੋਇਆ ਤਾਂ ਉਹਨਾਂ ਨੇ ਛੇਤੀ ਆਪਣਾ ਹੱਥ ਪਿੱਛੇ ਕਰ ਲਿਆ। ਮੈਂ ਉਹਨਾਂ ਦੇ ਬਟਨ ਲਾ ਦਿੱਤੇ ਤੇ ਮੇਰਾ ਸਹੁਰਾ ਸਾਹਿਬ ਕਹਿਣ ਲੱਗੇ ਕਿ ਬਹੂ ਹੁਣ ਮੇਰੇ ਵਾਲ ਵੀ ਵਾਹ ਦਿਓ। ਮੈਂ ਕੰਘਾ ਲਿਆਉਣ ਗਈ ਤਾਂ ਉਹਨਾਂ ਨੇ ਵਾਲ ਵਾਹ ਦਿੱਤੇ ਤੇ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਕਿਹਾ ਕਿ ਬਹੂ ਆਪਣੇ ਦੋਵੇਂ ਹੱਥ ਮੇਰੇ ਹੱਥਾਂ ਕੋਲ ਕਰੋ। ਮੈਂ ਪੁੱਛਿਆ ਕਿਉਂ? ਮੈਂ ਡਰਦੇ ਆਪਣੇ ਹੱਥ ਉਹਨਾਂ ਨੂੰ ਫੜਾ ਦਿੱਤੇ। ਮੇਰੇ ਹੱਥ ਫੜਦਿਆਂ ਹੀ ਕਹਿਣ ਲੱਗੇ, ਤੇਰਾ ਬਹੁਤ ਧੰਨਵਾਦ। ਤੂੰ ਸਾਡੇ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੈ। ਸ਼ਾਇਦ ਤੇਰੀ ਥਾਂ ਤੇ ਕੋਈ ਹੋਰ ਔਰਤ ਹੁੰਦੀ ਤਾਂ ਇਹ ਕਬੀਲਦਾਰੀ ਨੂੰ ਸੰਭਾਲ ਨਹੀਂ ਸਕਣਾ ਸੀ। ਮੇਰੇ ਹੱਥ ਸਹੁਰਾ ਸਾਹਿਬ ਨੇ ਬੜੇ ਜ਼ੋਰ ਨਾਲ ਫੜੇ ਹੋਏ ਸੀ। ਮੈਂ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਹਨਾਂ ਨੇ ਕਿਹਾ ਕਿ ਬਹੂ ਤੂੰ ਹਜੇ ਇੱਥੇ ਹੀ ਰੁਕ ਜਾ। ਮੈਂ ਤੇਰਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਵੇਖ ਤਾਂ ਨਹੀਂ ਸਕਦਾ, ਪਰ ਮਹਿਸੂਸ ਕਰਨਾ ਚਾਹੁੰਦਾ ਸੀ ਕਿ ਇਸੇ ਲਈ ਤੇਰੇ ਹੱਥ ਫੜ ਕੇ ਮਹਿਸੂਸ ਕਰ ਰਿਹਾ ਸੀ ਕਿ ਬਹੂ ਕਿਵੇਂ ਦੀ ਹੁੰਦੀ ਹੈ। ਜੇ ਮੇਰੇ ਬੇਟੀ ਹੁੰਦੀ ਤਾਂ ਮੈਂ ਮਹਿਸੂਸ ਕਰ ਸਕਦਾ ਤੈਨੂੰ। ਮੈਂ ਤੁਹਾਡੀ ਬੇਟੀ ਦੀ ਤਰ੍ਹਾਂ ਹੀ ਹਾਂ ਤੇ ਤੁਸੀਂ ਮੈਨੂੰ ਆਪਣੀ ਬੇਟੀ ਹੀ ਸਮਝੋ। ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗੇ ਤੇ ਕਹਿਣ ਲੱਗੇ, ਤੂੰ ਬਹੁਤ ਚੰਗੀ ਹੈ, ਮੇਰਾ ਕਿੰਨਾ ਖਿਆਲ ਰੱਖਦੀ ਹੈ। ਪਰ ਉਹ ਹਜੇ ਵੀ ਮੇਰੇ ਹੱਥਾਂ ਨੂੰ ਬੜੀ ਜ਼ੋਰ ਨਾਲ ਫੜਿਆ ਹੋਇਆ ਸੀ। ਮੈਂ ਉਹਨਾਂ ਨੂੰ ਕਿਹਾ, ਪਿਤਾ ਜੀ ਮੇਰੇ ਹੱਥ ਛੱਡ ਦਿਓ ਤੇ ਮੈਂ ਰਸੋਈ ਵਿੱਚ ਰੋਟੀ ਬਣਾਉਣੀ ਹੈ। ਮੇਰੇ ਸਹੁਰਾ ਸਾਹਿਬ ਨੇ ਮੇਰੇ ਹੱਥ ਛੱਡ ਦਿੱਤੇ ਤੇ ਮੈਂ ਜਲਦੀ ਰਸੋਈ ਵਿੱਚ ਚਲੀ ਗਈ। ਜਿਵੇਂ ਟਾਈਮ ਲੰਘ ਗਿਆ, ਮੇਰੇ ਸਹੁਰਾ ਸਾਹਿਬ ਦੀਆਂ ਹਰਕਤਾਂ ਕੁਝ ਅਜੀਬ ਜਿਹੀਆਂ ਹੋਣ ਲੱਗੀਆਂ ਸੀ। ਮੇਰੇ ਪਤੀ ਤਕਰੀਬਨ 1-2 ਮਹੀਨੇ ਦੇ ਲਈ ਘਰੋਂ ਗਏ ਹੋਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਜਦੋਂ ਵੀ ਕੋਈ ਸੀਜ਼ਨ ਆਉਂਦਾ ਹੈ ਤਾਂ ਉਹਨਾਂ ਨੂੰ ਕੰਮ ਦੇ ਲਈ 2-3 ਮਹੀਨੇ ਘਰੋਂ ਬਾਹਰ ਜਾਣਾ ਪੈਂਦਾ ਹੈ। ਪਰ ਫਿਰ ਮੇਰੇ ਸਹੁਰਾ ਸਾਹਿਬ ਮੇਰੇ ਨਾਲ ਕੁਝ ਜ਼ਿਆਦਾ ਹੀ ਫਰੈਂਕ ਹੋਣ ਲੱਗੇ। ਹੁਣ ਤਾਂ ਮੈਨੂੰ ਸਿੱਧੀ ਹੀ ਆਵਾਜ਼ ਦੇ ਕੇ ਕਹਿਣ ਲੱਗੇ ਕਿ ਮੇਰੇ ਸ਼ਰਟ ਦੇ ਬਟਨ ਬੰਦ ਕਰ ਦਿਓ ਤੇ ਮੇਰੇ ਸਿਰ ਤੇਲ ਲਗਵਾ ਦਿਓ, ਮੇਰੀਆਂ ਲੱਤਾਂ ਦੱਬ ਦਿਓ। ਉਹ ਕਦੇ ਮੇਰੇ ਤੋਂ ਸਿਰ 'ਚ ਤੇਲ ਲਗਵਾਉਂਦੇ, ਪਰ ਉਹ ਇਹ ਛੋਟੇ ਕੰਮ ਆਪ ਵੀ ਤਾਂ ਕਰ ਸਕਦੇ ਸੀ। ਵਿਆਹ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਕਿ ਮੇਰੇ ਘਰ ਦੇ ਵਿੱਚ ਸਿਰਫ ਮੇਰੇ ਸਹੁਰਾ ਤੇ ਮੇਰੇ ਪਤੀ ਹੀ ਹੈ ਤੇ ਮੈਂ ਘਰ ਵਿੱਚ ਕੋਈ ਕੰਮ ਨਹੀਂ ਕਰਨਾ ਪਵੇਗਾ। ਮੈਨੂੰ ਤਾਂ ਆਪਣੇ ਸਹੁਰੇ ਦਾ ਕਰਕੇ ਸਾਰਾ ਦਿਨ ਘਰ ਵਿੱਚ ਸੁਰਤ ਬੌਂਦਲੀ ਰਹਿੰਦੀ ਸੀ। ਕੰਮ ਹੀ ਰਹਿੰਦਾ ਸੀ। ਮੈਨੂੰ ਤਾਂ ਆਰਾਮ ਕਰਨ ਦਾ ਮੌਕਾ ਹੀ ਨਹੀਂ ਸੀ ਮਿਲਦਾ, ਕਿਉਂਕਿ ਮੇਰੇ ਸਹੁਰਾ ਸਾਹਿਬ ਦੇ ਬਹੁਤ ਕੰਮ ਹੁੰਦੇ ਸੀ। ਉਹ ਬਹਾਨਾ ਲਾ ਕੇ ਮੈਨੂੰ ਆਪਣੇ ਕੰਮ ਕਰਵਾਉਂਦੇ ਹੀ ਰਹਿੰਦੇ ਸਨ। ਮੈਂ ਉਹਨਾਂ ਤੋਂ ਅੱਕ ਚੁੱਕੀ ਸੀ। ਮੈਂ ਉਹਨਾਂ ਤੋਂ ਅੱਖ ਬਚਾ ਕੇ ਆਪਣੇ ਕਮਰੇ ਵਿੱਚ ਸੌਣ ਹੀ ਗਈ ਸੀ ਕਿ ਅਚਾਨਕ ਮੇਰੇ ਸਹੁਰਾ ਸਾਹਿਬ ਦੇ ਉੱਚੀ ਰੌਲਾ ਪਾਉਣ ਦੀ ਆਵਾਜ਼ ਆਉਣ ਲੱਗੀ। ਉਹ ਮੇਰੇ ਨਾਮ ਲੈ ਕੇ ਮੈਨੂੰ ਬੁਲਾ ਰਹੇ ਸੀ। ਮੈਂ ਭੱਜੀ ਉਹਨਾਂ ਦੇ ਕਮਰੇ ਵੱਲ ਗਈ ਤਾਂ ਉਹ ਆਪਣੇ ਹੱਥ 'ਚ ਮੋਬਾਈਲ ਫੜ ਕੇ ਉੱਚੀ ਹੱਸਣ ਲੱਗੇ। ਮੈਂ ਜਾ ਕੇ ਪੁੱਛਿਆ, ਦੱਸੋ ਕੀ ਕੰਮ ਹੈ? ਤਾਂ ਉਹ ਜ਼ੋਰ ਦੀ ਹੱਸਣ ਲੱਗੇ ਤੇ ਕਹਿਣ ਲੱਗੇ, ਆਓ ਬਹੂ ਮੇਰੇ ਕੋਲ ਬੈਠ ਕੇ ਦੇਖੋ, ਮੋਬਾਈਲ 'ਚ ਕਿੰਨੇ ਸੋਹਣੇ ਚੁਟਕਲੇ ਆ ਰਹੇ ਹਨ।
ਮੈਂ ਕਦੇ-ਕਦੇ ਆਪਣੇ ਸਹੁਰਾ ਸਾਹਿਬ ਨੂੰ ਮੋਬਾਈਲ 'ਤੇ ਚੁਟਕਲੇ ਕੱਢ ਕੇ ਦੇ ਦਿੰਦੀ ਸੀ, ਜਿਨ੍ਹਾਂ ਨੂੰ ਸੁਣ ਕੇ ਉਹ ਬਹੁਤ ਹੱਸਦੇ ਰਹਿੰਦੇ ਸੀ। ਮੈਂ ਕਿਹਾ, "ਤੁਸੀਂ ਸੁਣ ਰਹੇ ਹੋ ਤੇ ਤੁਸੀਂ ਹੀ ਸੁਣ ਲਓ, ਪਰ ਮੈਂ ਆਪਣੇ ਕਮਰੇ ਵਿੱਚ ਆਰਾਮ ਕਰਨ ਜਾਂਦੀ ਹਾਂ।" ਮੇਰੇ ਸਹੁਰਾ ਸਾਹਿਬ ਨੇ ਮੈਨੂੰ ਕਿਹਾ ਕਿ ਆਰਾਮ ਤਾਂ ਤੁਸੀਂ ਕਰਦੇ ਹੀ ਰਹਿਣਾ ਹੈ, ਤੂੰ ਇੱਥੇ ਮੇਰੇ ਬੈੱਡ 'ਤੇ ਹੀ ਪੈ ਜਾ, ਨਾਲ-ਨਾਲ ਚੁਟਕਲੇ ਸੁਣਦੀ ਰਹੀਂ। ਮੈਂ ਆਪਣੇ ਸਹੁਰਾ ਸਾਹਿਬ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ। ਉਹ ਮੈਨੂੰ ਆਪਣੇ ਬਿਸਤਰ 'ਤੇ ਪੈਣ ਲਈ ਕਹਿ ਰਹੇ ਸੀ। ਮੈਂ ਉਹਨਾਂ ਦੇ ਬਿਸਤਰ 'ਤੇ ਜਾ ਕੇ ਬੈਠ ਗਈ ਤੇ ਉਹਨਾਂ ਨੂੰ ਕਿਹਾ ਕਿ ਮੈਂ ਸਾਰਾ ਦਿਨ ਘਰ ਦੇ ਕੰਮ ਕਰਦੀ ਰਹਿੰਦੀ ਹਾਂ, ਮਸਾਂ 5-10 ਮਿੰਟ ਆਰਾਮ ਕਰਨ ਬਾਅਦ ਮੈਂ ਬਾਅਦ 'ਚ ਰਸੋਈ ਦੇ ਵਿੱਚ ਜਾ ਕੇ ਖਾਣਾ ਬਣਾਉਣਾ ਹੈ। ਮੈਂ ਕੀ ਕਰਾਂ? ਸਾਰੇ ਕੰਮ ਛੱਡ ਕੇ ਮੈਂ ਤੁਹਾਡੇ ਕੋਲ ਬੈਠ ਕੇ ਚੁਟਕਲੇ ਸੁਣਾਂ? ਮੈਂ ਉੱਚੀ ਆਵਾਜ਼ ਵਿੱਚ ਆਪਣੇ ਸਹੁਰੇ ਸਾਹਿਬ ਨੂੰ ਕਿਹਾ, ਤਾਂ ਉਹ ਮੇਰੇ ਸਹੁਰਾ ਸਾਹਿਬ ਨੂੰ ਇਹ ਅਹਿਸਾਸ ਹੋ ਜਾਵੇ ਕਿ ਮੇਰੇ ਉੱਤੇ ਕਿੰਨੀ ਜ਼ਿੰਮੇਵਾਰੀ ਹੈ। ਉਹ ਮੇਰੀ ਗੱਲ ਸੁਣ ਕੇ ਉੱਚੀ-ਉੱਚੀ ਹੱਸਣ ਲੱਗੇ ਤੇ ਮੇਰੇ ਕਹਿਣ ਲੱਗੇ ਕਿ ਮੇਰੇ ਕੋਲ ਹੋ ਕੇ ਬੈਠ ਜਾਓ, ਮੇਰੇ ਨਾਲ ਚੁਟਕਲੇ ਸੁਣੋ, ਤੇਰੀ ਤਬੀਅਤ ਠੀਕ ਹੋ ਜਾਵੇਗੀ ਤੇ ਤੂੰ ਐਕਟਿਵ ਵੀ ਰਵੇਂਗੀ। ਕੰਮ ਦਾ ਕੀ, ਕੰਮ ਛੱਡ ਤਾਂ ਸਾਰੀ ਜ਼ਿੰਦਗੀ ਹੀ ਕਰਨਾ ਹੈ, ਕੰਮ ਤਾਂ ਖਤਮ ਹੋਣੇ ਹੀ ਨਹੀਂ ਹਨ। ਮੈਂ ਆਪਣੇ ਸਹੁਰਾ ਸਾਹਿਬ ਦੇ ਬਿਸਤਰ 'ਤੇ ਜਾ ਕੇ ਬੈਠ ਗਈ ਤੇ ਮੈਂ ਕਿਹਾ, "ਚਲੋ ਠੀਕ ਹੈ, ਦੱਸੋ ਤੁਹਾਨੂੰ ਭੁੱਖ ਲੱਗੀ ਹੈ ਤਾਂ ਤੁਸੀਂ ਕੀ ਖਾਓਗੇ?" ਉਹ ਹੱਸ ਕੇ ਕਹਿਣ ਲੱਗੇ ਕਿ ਤੂੰ ਮੇਰੇ ਨੇੜੇ ਹੋ ਕੇ ਬੈਠ ਜਾ, ਮੇਰੇ ਲਈ ਇੰਨਾ ਹੀ ਬਹੁਤ ਹੈ। ਮੈਂ ਉੱਠ ਕੇ ਖੜੀ ਹੋ ਗਈ ਤੇ ਬੋਲੀ, "ਖਬਰਦਾਰ, ਜੇ ਹੁਣ ਮੈਨੂੰ ਆਵਾਜ਼ ਮਾਰ ਕੇ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ।" ਮੇਰੇ ਸਹੁਰਾ ਸਾਹਿਬ ਹਜੇ ਵੀ ਹੱਸ ਰਹੇ ਸੀ। ਮੈਂ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਕੰਮ ਕਰਕੇ ਥੱਕ ਜਾਂਦੀ ਸੀ, ਇਸ ਲਈ ਮੇਰੇ ਸੁਭਾਅ ਦੇ ਵਿੱਚ ਚਿੜਚਿੜਾਪਣ ਆਉਣ ਲੱਗਿਆ ਸੀ। ਮੈਂ ਆਪਣੇ ਪੇਕੇ ਪਿੰਡ ਇੰਨਾ ਕੰਮ ਨਹੀਂ ਸੀ ਕੀਤਾ, ਇੱਥੇ ਤਾਂ ਮੈਂ ਹੱਦ ਤੋਂ ਵੱਧ ਕੰਮ ਕਰਦੀ ਸੀ। ਮੇਰੇ ਸਹੁਰਾ ਸਾਹਿਬ ਘਰ ਦਾ ਖਾਣ ਹੀ ਖਾਂਦੇ ਸੀ, ਕਦੇ ਬਾਜ਼ਾਰ ਤੋਂ ਲਿਆ ਕੇ ਨਹੀਂ ਸੀ ਖਾਂਦੇ। ਮੇਰਾ ਪਤੀ ਦਾ ਕਹਿਣਾ ਸੀ ਕਿ ਹਮੇਸ਼ਾ ਮੇਰੇ ਡੈਡੀ ਨੂੰ ਘਰ ਦਾ ਬਣਿਆ ਤਾਜ਼ਾ ਖਾਣਾ ਹੀ ਖਵਾਉਣਾ, ਬਾਜ਼ਾਰ ਦਾ ਕੁਝ ਖਾ ਲੈਣਗੇ ਤਾਂ ਉਹਨਾਂ ਦਾ ਪੇਟ ਖਰਾਬ ਹੋ ਜਾਵੇਗਾ। ਮੈਂ ਥੋੜ੍ਹੀ ਦੇਰ ਆਰਾਮ ਕਰਨ ਤੋਂ ਬਾਅਦ ਰਸੋਈ ਵਿੱਚ ਗਈ ਤੇ ਰੋਟੀ ਬਣਾਈ। ਰੋਟੀ ਬਣਾਉਣ ਤੋਂ ਬਾਅਦ ਮੈਨੂੰ ਲੱਗਿਆ ਕਿ ਸਾਰਾ ਘਰ ਗੰਦਾ ਹੋਇਆ ਪਿਆ ਹੈ ਤੇ ਮੈਂ ਸਫਾਈ ਕਰਨ ਦੀ ਸੋਚੀ। ਮੈਂ ਸੋਚਿਆ, ਸ਼ਾਮ ਦਾ ਟਾਈਮ ਹੈ, ਇੱਕ ਵਾਰ ਸਹੁਰਾ ਸਾਹਿਬ ਦੇ ਕਮਰੇ ਦੀ ਸਫਾਈ ਕਰ ਦਿੰਦੀ ਹਾਂ। ਗਰਮੀ ਬਹੁਤ ਜ਼ਿਆਦਾ ਸੀ, ਇਸ ਲਈ ਮੈਂ ਚੁੰਨੀ ਵੀ ਨਹੀਂ ਲਈ ਸੀ। ਮੈਂ ਵੈਸੇ ਵੀ ਜ਼ਿਆਦਾਤਰ ਘਰ ਵਿੱਚ ਚੁੰਨੀ ਨਹੀਂ ਸੀ ਲੈਂਦੀ। ਪੈਣ ਦੀ ਮੇਰੇ ਸਹੁਰਾ ਸਾਹਿਬ ਆਪਣੇ ਕਮਰੇ ਵਿੱਚ ਹੀ ਕੁਰਸੀ 'ਤੇ ਬੈਠੇ ਹੋਏ ਸੀ। ਮੈਂ ਉਹਨਾਂ ਦੇ ਕਮਰੇ ਵਿੱਚ ਝਾੜੂ ਲਵਾਉਣ ਲੱਗੀ ਤਾਂ ਉਹ ਚੁੱਪਚਾਪ ਬੈਠੇ ਹੋਏ ਸੀ। ਮੈਂ ਆਪਣੇ ਕੰਮ ਵਿੱਚ ਬਿਜ਼ੀ ਸੀ। ਅਗਲੇ ਹੀ ਮਿੰਟ ਜਦੋਂ ਮੈਂ ਪਿੱਛੇ ਪਲਟੀ ਤਾਂ ਮੇਰੇ ਸਹੁਰਾ ਸਾਹਿਬ ਮੇਰੇ ਪਿੱਛੇ ਹੀ ਖੜ੍ਹੇ ਸਨ। ਮੈਂ ਥੋੜ੍ਹਾ ਘਬਰਾ ਗਈ ਤੇ ਮੈਂ ਕਿਹਾ, "ਬਾਬਾ ਜੀ, ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ?" ਉਹਨਾਂ ਨੇ ਕਿਹਾ, "ਨਹੀਂ ਬਹੂ, ਬਸ ਮੈਂ ਇਹ ਮਹਿਸੂਸ ਕਰ ਰਿਹਾ ਸੀ ਕਿ ਮੇਰੇ ਕਮਰੇ ਵਿੱਚ ਤੁਸੀਂ ਹੋ ਕਿ ਕੋਈ ਹੋਰ।" ਮੈਂ ਜਵਾਬ ਦਿੱਤਾ ਕਿ ਤੁਸੀਂ ਇਹ ਕਿਵੇਂ ਦੀਆਂ ਗੱਲਾਂ ਕਰਦੇ ਹੋ? ਘਰ ਦੇ ਵਿੱਚ ਮੇਰੇ ਤੇ ਤੁਹਾਡੇ ਤੋਂ ਇਲਾਵਾ ਹੋਰ ਕੌਣ ਹੈ? ਉਹਨਾਂ ਨੇ ਕਿਹਾ ਕਿ ਚੱਲ ਕੋਈ ਗੱਲ ਨਹੀਂ। ਇਹ ਕਹਿ ਕੇ ਉਹ ਆਪਣੇ ਬਿਸਤਰ 'ਤੇ ਬੈਠ ਗਏ। ਉਹਨਾਂ ਦੀਆਂ ਅੱਖਾਂ ਵੱਲ ਵੇਖ ਕੇ ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਵੱਲ ਹੀ ਵੇਖ ਰਹੇ ਹੋਣ। ਆਪਣੇ ਸਹੁਰਾ ਸਾਹਿਬ ਦਾ ਖਾਣਾ ਆਪਣੇ ਹੱਥ ਨਾਲ ਹੀ ਬਣਾਉਂਦੀ ਸੀ। ਰਾਤ ਨੂੰ ਮੈਂ ਉਹਨਾਂ ਨੂੰ ਰੋਟੀ ਖਵਾਉਣ ਉਹਨਾਂ ਦੇ ਕਮਰੇ ਵਿੱਚ ਗਈ ਤੇ ਉਹਨਾਂ ਨੂੰ ਆਪਣੇ ਹੱਥ ਨਾਲ ਰੋਟੀ ਖਵਾਈ ਰਹੀ ਸੀ। ਮੈਂ ਮਹਿਸੂਸ ਕਰ ਰਹੀ ਸੀ ਕਿ ਮੇਰੇ ਸਹੁਰਾ ਸਾਹਿਬ ਮੇਰੇ ਹੱਥ ਨਾਲ ਖਾਣਾ ਖਾਂਦੇ ਬੜੇ ਖੁਸ਼ ਸੀ। ਇਸ ਗੱਲ 'ਤੇ ਉਹ ਮੇਰੇ ਹੱਥ ਘੁੱਟ ਕੇ ਫੜ ਲੈਂਦੇ ਤੇ ਮੇਰੀਆਂ ਤਾਰੀਫਾਂ ਕਰਨ ਲੱਗਦੇ ਕਿ ਤੇਰੇ ਹੱਥ ਦੀ ਬਣੀ ਖਾਣਾ ਬਹੁਤ ਸਵਾਦ ਹੁੰਦਾ ਹੈ। ਜੇ ਤੂੰ ਵੀ ਇੰਨੀ ਸੋਹਣੀ ਹੋਵੇਂਗੀ। ਹੌਲੀ-ਹੌਲੀ ਮੈਨੂੰ ਮੇਰੇ ਸਹੁਰਾ ਸਾਹਿਬ ਦੀਆਂ ਹਰਕਤਾਂ ਅਜੀਬ ਜਿਹੀਆਂ ਲੱਗਣ ਲੱਗੀਆਂ। ਮੈਨੂੰ ਹੁਣ ਮੇਰੇ ਸਹੁਰਾ ਸਾਹਿਬ ਤੋਂ ਇਤਰਾਜ਼ ਹੋਣ ਲੱਗਿਆ ਕਿਉਂਕਿ ਉਹ ਕਿਸੇ ਨਾ ਕਿਸੇ ਬਹਾਨੇ ਮੇਰੇ ਸਰੀਰ 'ਤੇ ਹੱਥ ਲਾਉਂਦੇ ਸੀ ਤੇ ਮੈਨੂੰ ਟੱਚ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ। ਮੈਂ ਸਮਝਣਾ ਚਾਹੁੰਦੀ ਸੀ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਹਨ। ਮੈਂ ਆਪਣੇ ਸਹੁਰੇ ਵੱਲੋਂ ਬਹੁਤ ਪਰੇਸ਼ਾਨ ਰਹਿਣ ਲੱਗੀ ਕਿ ਆਪਣੇ ਪਤੀ ਨੂੰ ਉਹਨਾਂ ਦੀਆਂ ਹਰਕਤਾਂ ਬਾਰੇ ਦੱਸਿਆ ਵੀ ਤਾਂ ਕਿਸ ਤਰ੍ਹਾਂ ਦੱਸੂੰ, ਕਿਉਂਕਿ ਮੈਨੂੰ ਯਕੀਨ ਸੀ ਕਿ ਉਹ ਦੇਖ ਕੇ ਨਹੀਂ ਸਕਦੇ, ਇਸ ਲਈ ਮੇਰੇ ਪਤੀ ਨੇ ਮੇਰੀ ਕਿਸੇ ਵੀ ਗੱਲ 'ਤੇ ਯਕੀਨ ਨਹੀਂ ਕਰਨਗੇ। ਮੈਂ ਇਹ ਗੱਲ ਸੋਚ ਕੇ ਰਾਤ ਨੂੰ 8 ਵਜੇ ਆਪਣੇ ਕਮਰੇ ਵਿੱਚ ਸੌਂ ਗਈ। ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਹੀ ਰਹਿੰਦਾ ਸੀ। ਮੈਂ ਬਹੁਤ ਗੂੜ੍ਹੀ ਨੀਂਦ ਸੌਂ ਰਹੀ ਸੀ। ਅਚਾਨਕ ਘਬਰਾ ਕੇ ਮੇਰੀ ਅੱਖ ਖੁੱਲ੍ਹ ਗਈ ਕਿਉਂਕਿ ਮੈਨੂੰ ਮਹਿਸੂਸ ਹੋਇਆ ਜਿਵੇਂ ਕੋਈ
ਮੇਰੇ ਪੈਰਾਂ ਤੇ ਗੁਦਗੁਦੀ ਕਰ ਰਿਹਾ ਹੋਵੇ। ਜਿਵੇਂ ਹੀ ਮੈਂ ਆਪਣੇ ਪੈਰਾਂ ਵੱਲ ਵੇਖਿਆ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਇਹ ਕੋਈ ਹੋਰ ਨਹੀਂ ਸੀ, ਮੇਰੇ ਸਹੁਰਾ ਸਾਹਿਬ ਹੀ ਸੀ। ਮੈਂ ਛੇਤੀ ਛੇਤੀ ਆਪਣੇ ਗਲ ਦੇ ਵਿੱਚ ਚੁੰਨੀ ਪਾ ਲਈ। ਮੇਰੇ ਸਹੁਰਾ ਸਾਹਿਬ ਨੇ ਛੇਤੀ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗੇ ਕਿ ਮੈਂ ਕੋਈ ਅੰਨ੍ਹਾ ਨਹੀਂ ਹਾਂ, ਮੈਂ ਸਾਰਾ ਕੁਝ ਵੇਖ ਸਕਦਾ ਹਾਂ। ਇਹ ਸੁਣ ਕੇ ਮੈਂ ਹੋਰ ਵੀ ਜ਼ਿਆਦਾ ਹੈਰਾਨ ਹੋ ਗਈ ਕਿ ਉਹ ਕੀ ਕਹਿ ਰਹੇ ਹਨ। ਉਹਨਾਂ ਦੇ ਚਿਹਰੇ ਤੇ ਛਾਤਰਾਂ ਵਾਲੀ ਮੁਸਕਾਨ ਵੇਖ ਮੈਂ ਹੋਰ ਵੀ ਡਰ ਗਈ ਤੇ ਮੈਂ ਬਹੁਤ ਪਰੇਸ਼ਾਨ ਵੀ ਹੋ ਗਈ। ਮੈਂ ਕਿਹਾ ਕਿ ਤੁਸੀਂ ਇਹ ਸਭ ਕਿਉਂ ਕਰ ਰਹੇ ਹੋ? ਮੇਰੇ ਸਹੁਰਾ ਸਾਹਿਬ ਕਹਿਣ ਲੱਗੇ ਕਿ ਹਾਂ, ਮੈਂ ਸਭ ਕੁਝ ਸੱਚ-ਸੱਚ ਕਹਿ ਰਿਹਾ ਹਾਂ। ਤੇ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਆ ਕੇ ਪੂਰੀ ਮਜ਼ਬੂਤੀ ਨਾਲ ਨੱਪ ਲਿਆ। ਮੈਂ ਖੁਦ ਉਹਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੇਰੀ ਕੋਈ ਵੀ ਗੱਲ ਨਹੀਂ ਮੰਨ ਰਹੇ ਸੀ। ਮੈਂ ਉੱਚੀ-ਉੱਚੀ ਬੋਲ ਰਹੀ ਸੀ, ਪਰ ਉਹਨਾਂ ਨੇ ਮੇਰੇ ਮੂੰਹ ਤੇ ਹੱਥ ਰੱਖ ਲਿਆ ਤੇ ਫਿਰ ਮੇਰੇ ਨਾਲ ਉਹ ਹੋਇਆ ਜੋ ਕਦੇ ਨਹੀਂ ਹੋਣਾ ਚਾਹੀਦਾ ਸੀ। ਮੈਨੂੰ ਮੇਰੇ ਸਹੁਰੇ ਤੋਂ ਇਹ ਉਮੀਦ ਨਹੀਂ ਸੀ। ਉਹਨਾਂ ਨੇ ਝੂਠ ਬੋਲਿਆ ਸੀ ਕਿ ਉਹਨਾਂ ਨੂੰ ਨਹੀਂ ਦਿਖਦਾ। ਇਸ ਗੱਲ ਦਾ ਫਾਇਦਾ ਉਹਨਾਂ ਨੇ ਮੇਰੇ ਤੇ ਚੱਕਣਾ ਚਾਹਿਆ। ਉਹਨਾਂ ਨੇ ਮੇਰੀ ਇੱਜ਼ਤ ਤਾਰ-ਤਾਰ ਕਰ ਦਿੱਤੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਚੰਗਾ ਨਹੀਂ ਕੀਤਾ ਤੇ ਮੈਂ ਤੁਹਾਡੀ ਸਾਰੀ ਸੱਚਾਈ ਆਪਣੇ ਪਤੀ ਨੂੰ ਦੱਸ ਕੇ ਰਹੂੰਗੀ। ਕਹਿਣ ਲੱਗੇ, ਇਹ ਕਿਵੇਂ ਕਰੇਂਗੀ? ਕਿਉਂਕਿ ਮੇਰਾ ਮੁੰਡਾ ਮੇਰੇ ਤੇ ਯਕੀਨ ਕਰੂਗਾ, ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਅੰਨ੍ਹਾ ਹਾਂ ਤੇ ਤੇਰੀ ਕਿਸੇ ਵੀ ਗੱਲ ਤੇ ਯਕੀਨ ਨਹੀਂ ਕਰੇਗਾ ਤੇ ਉਲਟਾ ਤੈਨੂੰ ਹੀ ਇਸ ਘਰ ਚੋਂ ਧੱਕੇ ਮਾਰ ਕੇ ਬਾਹਰ ਕੱਢ ਦੇਵੇਗਾ ਜੇ ਤੂੰ ਉਸਦੇ ਪਿਤਾ ਤੇ ਕਦੇ ਵੀ ਇਹੋ ਜਿਹੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕੀਤੀ ਤਾਂ। ਮੈਂ ਉਸਦੀ ਗੱਲ ਸੁਣ ਕੇ ਹੋਰ ਵੀ ਡਰ ਗਈ, ਕਿਉਂਕਿ ਉਹ ਜਮਾਂ ਸਹੀ ਕਹਿ ਰਹੇ ਸੀ। ਮੇਰੇ ਪਤੀ ਨੇ ਮੇਰੇ ਤੇ ਯਕੀਨ ਨਹੀਂ ਸੀ ਕਰਨਾ, ਪਰ ਮੇਰੇ ਸਹੁਰਾ ਸਾਹਿਬ ਨੇ ਜੋ ਮੇਰੇ ਨਾਲ ਕੀਤਾ ਉਹ ਮੇਰੇ ਲਈ ਬਹੁਤ ਖਤਰਨਾਕ ਸਾਬਤ ਹੋਇਆ ਸੀ। ਮੈਂ ਬਿਲਕੁਲ ਲਾਚਾਰ ਹੋ ਚੁੱਕੀ ਸੀ ਤੇ ਜ਼ਮੀਨ ਤੇ ਬੈਠ ਕੇ ਜ਼ੋਰ-ਜ਼ੋਰ ਦੀ ਰੋ ਰਹੀ ਸੀ ਕਿ ਮੇਰੇ ਸਹੁਰਾ ਸਾਹਿਬ ਕਹਿਣ ਲੱਗੇ ਕਿ ਮੇਰੀ ਨਜ਼ਰ ਤੇਰੇ ਤੇ ਪਹਿਲੇ ਦਿਨ ਤੋਂ ਹੀ ਹੈ, ਕਿਉਂਕਿ ਤੂੰ ਬਹੁਤ ਜ਼ਿਆਦਾ ਸੋਹਣੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਇਹ ਸਭ ਕਿਉਂ ਕਰ ਰਹੇ ਹੋ ਕਿ ਮੈਂ ਬਹੁਤ ਮਿਹਨਤ ਮਜ਼ਦੂਰੀ ਕਰਨ ਵਾਲਾ ਆਪਣੇ ਬੇਟੇ ਨੂੰ ਪਾਲ ਰਿਹਾ ਸੀ, ਪਰ ਜਦੋਂ ਮੈਂ ਸ਼ਹਿਰ ਗਿਆ ਤਾਂ ਉਹਨੇ ਮੇਰੇ ਤੇ ਧਿਆਨ ਦੇਣਾ ਹੀ ਬੰਦ ਕਰ ਦਿੱਤਾ ਸੀ। ਫਿਰ ਮੈਂ ਇੱਕ ਪਲਾਨ ਬਣਾਇਆ ਕਿ ਆਪਣੇ ਪੁੱਤ ਦਾ ਧਿਆਨ ਆਪਣੇ ਵੱਲ ਕਰਨ ਲਈ ਅੰਨ੍ਹਾ ਬਣਨਾ ਪਊਗਾ। ਇਸ ਲਈ ਮੈਂ ਆਪਣੇ ਪੁੱਤ ਨੂੰ ਝੂਠ ਬੋਲ ਦਿੱਤਾ ਕਿ ਝੂਠ ਦਾ ਇਹ ਅਸਰ ਹੋਇਆ, ਮੇਰੇ ਪੁੱਤ ਦਾ ਧਿਆਨ ਹੁਣ ਮੇਰੇ 'ਚ ਹੀ ਰਹਿਣ ਲੱਗਿਆ। ਫਿਰ ਉਹਨੇ ਵਿਆਹ ਕੀਤਾ ਤੇ ਤੈਨੂੰ ਘਰ ਲੈ ਆਇਆ। ਦੇਖ ਕੇ ਮੇਰੀ ਨੀਂਦ ਖਰਾਬ ਹੋ ਗਈ। ਮੇਰਾ ਪੁੱਤ ਇਹੀ ਸਮਝਦਾ ਰਿਹਾ ਕਿ ਮੈਂ ਅੰਨ੍ਹਾ ਹਾਂ ਤੇ ਤੂੰ ਵੀ ਇਹ ਗੱਲ ਤੇ ਯਕੀਨ ਕਰ ਲਿਆ ਕਿ ਮੇਰੇ ਸਹੁਰਾ ਸਾਹਿਬ ਅੰਨ੍ਹੇ ਹਨ। ਮੈਨੂੰ ਤਾਂ ਇਹ ਗੱਲ ਦਾ ਪਤਾ ਹੈ ਕਿ ਮੇਰਾ ਮੁੰਡਾ ਹਰ ਤੀਜੇ ਚੌਥੇ ਮਹੀਨੇ ਕੰਮ ਦੇ ਲਈ 1-2 ਮਹੀਨੇ ਆਪਣੇ ਆਫਿਸ ਵਿੱਚ ਹੀ ਰੁਕਦਾ ਹੈ। ਮੈਂ ਇਸ ਗੱਲ ਦਾ ਮੌਕਾ ਲੱਭਦਾ ਸੀ ਤੇ ਤੇਰਾ ਫਾਇਦਾ ਚੱਕੂੰਗਾ। ਮੈਂ ਬਹੁਤ ਲਾਚਾਰ ਤੇ ਬੇਵੱਸ ਹੋ ਕੇ ਇਹ ਸਭ ਸੁਣ ਰਹੀ ਸੀ, ਲੇਕਿਨ ਸ਼ਾਇਦ ਮੇਰੀ ਕਿਸਮਤ ਚੰਗੀ ਸੀ। ਜਦੋਂ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਆਪਣੀ ਕਹਾਣੀ ਦੱਸੀ ਸ਼ੁਰੂ ਕੀਤੀ ਤਾਂ ਉਦੋਂ ਹੀ ਮੇਰੇ ਪਤੀ ਦਰਵਾਜ਼ੇ ਤੇ ਖੜੇ ਹੋ ਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਰਹੇ ਸੀ। ਰੱਬ ਨੇ ਮੇਰਾ ਬਹੁਤ ਸਾਥ ਦਿੱਤਾ। ਮੈਨੂੰ ਆਪਣੇ ਪਤੀ ਨੂੰ ਕੁਝ ਵੀ ਦੱਸਣ ਦੀ ਜ਼ਰੂਰਤ ਹੀ ਨਹੀਂ ਪਈ। ਉਹਨਾਂ ਨੇ ਖੁਦ ਹੀ ਆਪਣੇ ਕੰਨੀਂ ਆਪਣੇ ਪਿਤਾ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ। ਦਰਅਸਲ 22 ਨਵੰਬਰ ਨੂੰ ਮੇਰਾ ਜਨਮ ਦਿਨ ਹੁੰਦਾ ਹੈ। ਮੇਰੇ ਪਤੀ ਮੈਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਸੀ। ਉਹ 21 ਤਰੀਕ ਦੀ ਰਾਤ ਨੂੰ ਹੀ ਸ਼ਹਿਰ ਤੋਂ ਘਰ ਵੱਲ ਨਿਕਲ ਪਏ। ਉਹ ਆਪਣੇ ਘਰ ਆਏ ਤੇ ਉਹਨਾਂ ਨੇ ਦਰਵਾਜ਼ਾ ਖੁੱਲ੍ਹਾ ਦੇਖਿਆ। ਦੇਖਦਿਆਂ ਮੇਰੇ ਪਤੀ ਨੇ ਸਾਰੀਆਂ ਗੱਲਾਂ ਸੁਣ ਲਈਆਂ ਤੇ ਮੇਰੇ ਸਹੁਰੇ ਨੂੰ ਬਹੁਤ ਮਾਰਿਆ ਤੇ ਰਿਸ਼ਤੇ ਨਾਤੇ ਖਤਮ ਕਰ ਮੈਨੂੰ ਆਪਣੇ ਨਾਲ ਸ਼ਹਿਰ ਲੈ ਗਏ। ਮੇਰੇ ਪਤੀ ਨੇ ਮੇਰੇ ਤੋਂ ਬਹੁਤ ਮਾਫ਼ੀਆਂ ਮੰਗਣੀਆਂ ਤੇ ਹੁਣ ਮੈਂ ਆਪਣੇ ਪਤੀ ਦੇ ਨਾਲ ਸ਼ਹਿਰ ਵਿੱਚ ਰਹਿਣ ਲੱਗੀ ਹਾਂ। ਮੇਰੇ ਪਤੀ ਨੇ ਆਪਣੇ ਪਿਤਾ ਦੇ ਨਾਲ ਸਾਰੇ ਰਿਸ਼ਤੇ ਨਾਤੇ ਖਤਮ ਕਰ ਦਿੱਤੇ। ਦੋਸਤੋ, ਸਾਡੀ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਤੇ ਸ਼ੇਅਰ ਕਰਕੇ ਜ਼ਰੂਰ ਦੱਸਣਾ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਵੀਆਂ-ਨਵੀਆਂ ਕਹਾਣੀਆਂ ਆਉਂਦੀਆਂ ਰਹਿਣਗੀਆਂ। ਧੰਨਵਾਦ।